सत श्री अकाल दोस्तों, मैं सतनाम धालीवाल ग्लोबल एसएसबी जान इमीग्रेशन कोटपुरा तो अपने चैनल एस धालीवाल व्लॉग से तुहाडा स्वागत करता जी। उम्मीद करता तुसीं सारे ठीक ठाक होवोगे, चढ़ती कला दे विच होवोगे। कुछ फैमिली काम करके बाहर जाना पिया, इस करके पिछले हफ्ते आप वीडियो सिर्फ एक बना पाए है ना, तो ना तुहानूं कोई अपडेट्स दे पाए तो ना ही आप जी पीपीआर टाइमलाइनस जिहड़ियां हैगियां तुहाडे नाल शेयर कर पाए। सो अज तुहाडे नाल जिहड़ी हैगी आपां स्पाउजल ओपन वर्क परमिट दीयां 6 जिहड़ियां हैगियां अपने कोल पासपोर्ट रिक्वेस्ट हैं, 2 जिहड़े पासपोर्ट जिहड़े हैगे आपां नूं रिसीव होए हैगे ने, ये तुहाडे नाल शेयर करदे हैगे आ जी। ठीक है जी, 2 आपां नूं पासपोर्ट जिहड़े हैगे रिसीव होए आ कैनेडा, वो भी स्पाउजल ओपन वर्क परमिट दे पासपोर्ट ने। एंड अपने कोल जिहड़ियां हैगियां 6 जिहड़ियां हैगियां स्पाउजल ओपन वर्क परमिट दीयां पीपीआर जिहड़ियां हैगियां आईयां वा हैगियां, और एक जिहड़ी हैगी विजिटर वीज़ा दी पीपीआर जिहड़ी हैगी आई आ। जिवें कहंदे ने कि अगर तुहाडी नीयत सच्ची होवे ते तुहाडा इरादा दृढ़ होवे ना, तो सारी कायनात तुहाडी जिहड़ी हुंदी आ कि अगर तुहाडीआं इच्छावां हुंदियां उहनूं पूरीआं करन ते लगा दिंदी आ। सेम इहदे विचों एक केस इदां दा हैगा जिस वीर ने लाइक आपां कह सकदे हां कि यार काफ़ी घालना घली हुंदी आ है ना, ते बंदा एक बार जमां टुੱਟ ਜਾਂਦਾ हैगा। ਉਹ केस ਨੂੰ ਆਪਾਂ ਸਭ ਤੋਂ ਪਹਿਲਾਂ ਡਿਸਕਸ ਕਰਦੇ ਹੈਗੇ ਆ। ਇਸ ਵੀਰ ਦੀਆਂ 2 ਰਿਫਿਊਜ਼ਲ ਸੀਗੀਆਂ ਸਪਾਊਜ਼ਲ ਓਪਨ ਵਰਕ ਪਰਮਿਟ ਦੀਆਂ, ਕਿਉਂਕਿ ਇਸ ਵੀਰ ਦੇ ਵਾਈਫ ਜਿਹੜੇ ਹੈਗੇ ਆ 2018 ਦੇ ਗਏ ਹੋਏ ਆ ਜੀ ਬਾਹਰ। ਠੀਕ ਹੈ ਜੀ, ਕੈਨੇਡਾ 2018 ਦੇ ਗਏ ਹੋਏ ਨੇ ਸਟੱਡੀ ਵੀਜ਼ਾ ਤੇ। ਤਾਂ ਇਹਨਾਂ ਨੇ ਆਪਣੀ ਪਹਿਲੀ ਫਾਈਲ ਜਿਹੜੀ ਹੈਗੀ 2018 ਚ ਲਗਾਈ। ਉਹ ਫਾਈਲ ਇਹਨਾਂ ਦੀ 19 ਦੇ ਵਿੱਚ ਰਿਫਿਊਜ਼ ਹੋ ਗਈ, 2019 ਦੇ ਵਿੱਚ ਇਹਨਾਂ ਨੇ ਫਾਈਲ ਲਗਾਈ ਤੇ 2020 ਦੇ ਵਿੱਚ ਜਿਹੜੀ ਹੈਗੀ ਇਹਨਾਂ ਦੀ ਫਾਈਲ ਰਿਫਿਊਜ਼ ਹੋ ਗਈ। ਉਸ ਤੋਂ ਬਾਅਦ ਇਹਨਾਂ ਦੇ ਵਾਈਫ ਦੀ ਸਟੱਡੀ ਥੋੜੀ ਰਹਿੰਦੀ ਸੀ, ਇਸ ਕਰਕੇ ਇਹਨਾਂ ਨੇ ਫਾਈਲ ਨਹੀਂ ਲਗਾਈ। ਉੱਪਰ ਕੋਵਿਡ ਚੱਲ ਰਿਹਾ ਸੀ ਥੋੜਾ ਜਿਹਾ, ਜਿਵੇਂ ਫਾਈਲ ਸਟਕ ਸੀਗੀਆਂ, ਇਸ ਕਰਕੇ ਇਹਨਾਂ ਦੀ ਫਾਈਲ ਨਹੀਂ ਲਗਾਈ। ਤੇ ਆਪਾਂ ਇਹਨਾਂ ਦੀ ਐਪਲੀਕੇਸ਼ਨ ਜਿਹੜੀ ਹੈਗੀ ਆ 3rd ਟਾਈਮ ਜਿਹੜੀ ਹੈਗੀ ਇਹਨਾਂ ਦੀ ਐਪਲੀਕੇਸ਼ਨ ਲਾਈਕ ਪਹਿਲਾਂ ਕਿਸੇ ਹੋਰ ਤੋਂ ਇਹਨਾਂ ਨੇ ਆਪਣੀ ਫਾਈਲ ਲਗਾਈ ਸੀ, ਇਹਨਾਂ ਦੀ ਆਪਾਂ ਐਪਲੀਕੇਸ਼ਨ ਲੌਂਚ ਕੀਤੀ ਸੀ 6 ਮਾਰਚ 2021 ਨੂੰ ਆਪਾਂ ਇਹਨਾਂ ਦੀ ਫਾਈਲ ਲਗਾਈ ਸੀ ਜੀ। ਉਦੋਂ ਇਹਨਾਂ ਦੇ ਵਾਈਫ ਜਿਹੜੇ ਹੈਗੇ ਆ ਵਰਕ ਪਰਮਿਟ ਤੇ ਸੀਗੇ, ਔਰ ਉਹਨਾਂ ਕੋਲ ਨੌਕ ਲੈਵਲ B ਦੀ ਜੌਬ ਇਹਨਾਂ ਦੇ 3 ਪੇ ਸਟਬਸ ਜਿਹੜੀਆਂ ਹੈਗੀਆਂ ਲਗਾ ਕੇ ਉਹ ਲਗਾ ਦਿੱਤੀ ਗਈ ਸੀ। ਇਸ ਵੀਰ ਦੀ ਆਪਾਂ ਬੈਕਗਰਾਊਂਡ ਦੀ ਗੱਲ ਕਰ ਲਈਏ ਤਾਂ ਜਿਹੜਾ ਰੀਜ਼ਨ ਇਹਨਾਂ ਨੂੰ ਆ ਰਿਹਾ ਸੀਗਾ, ਤਾਂ ਉਹ ਰੀਜ਼ਨ ਆ ਰਿਹਾ ਸੀ ਇਹਨਾਂ ਦੇ ਫਾਈਨੈਂਸ਼ੀਅਲ ਸਟੇਟਸ ਐਂਡ ਫੰਡਿੰਗ ਦਾ, ਕਿਉਂਕਿ ਇਸ ਵੀਰ ਦੇ ਨਾਮ ਦੇ ਉੱਪਰ ਕੋਈ ਪ੍ਰੋਪਰਟੀ ਨਹੀਂ ਹੈਗੀ ਸੀ। ਔਰ ਗੱਲ ਕਰ ਲਈਏ ਫੰਡਿੰਗ ਦੀ, ਤਾਂ ਜਿਹੜਾ ਇਹਨਾਂ ਦਾ ਡੇਅਰੀ ਫਾਰਮਿੰਗ ਸੀਗਾ ਉਹ ਵੀ ਕੈਸ਼ ਚੱਲ ਰਿਹਾ ਸੀਗਾ, ਕੈਸ਼ ਪੇਮੈਂਟ ਇਹ ਲੈ ਰਹੇ ਸੀ ਆਪਣੇ ਜੋ ਪੇਪਰ ਵਰਕ ਦੇ ਵਿੱਚ ਆਪਾਂ ਗੱਲ ਕਰ ਲੈਂਦੇ ਹਾਂ। ਐਂਡ ਨਾਲ ਦੀ ਨਾਲ ਐਗਰੀਕਲਚਰ ਜਿਹੜਾ ਹੈਗਾ, ਐਗਰੀਕਲਚਰ ਦੇ ਇਹਨਾਂ ਕੋਲ ਜੇ ਫਾਰਮ ਸੀਗੇ, ਤੇ ਜੇ ਫਾਰਮ ਦੇ ਗੱਲ ਜਿਹੜੀ ਇਹ ਬਣਦੀ ਹੈ ਕਿ ਜ਼ਮੀਨ ਜਿਹੜੀ ਹੈਗੀ ਇਹਨਾਂ ਦੇ ਫਾਦਰ ਦੇ ਨਾਮ ਤੇ ਆ, ਪਰ ਜੇ ਫਾਰਮ ਜਿਹੜੇ ਹੈਗੇ ਆਪਣੇ ਨਾਮ ਤੇ ਲੈ ਰਹੇ ਸੀਗੇ। ਕੁਛ ਕੁ ਜਿਹੜੀ ਹੈਗੀ ਆ 5-4 ਕਿੱਲੇ ਜਿਹੜੀ ਹੈਗੀ ਆ ਆਪਣੀ ਜ਼ਮੀਨ ਜਿਹੜੀ ਹੈਗੀ ਆ ਲੀਜ਼ ਤੇ, ਜਿਹਨੂੰ ਆਪਾਂ ਕਹਿੰਦੇ ਠੇਕੇ ਤੇ ਜਿਹੜੀ ਹੈਗੀ ਆ ਵਾਹੁੰਦੇ ਸੀ। ਸੋ ਇਸ ਵੀਰ ਦਾ ਜਿਹੜਾ ਮੈਡੀਕਲ ਜਿਹੜਾ ਹੈਗਾ ਆਪਾਂ ਅਪਫਰੰਟ ਨਹੀਂ ਸੀ ਕਰਵਾਇਆ, ਤੇ ਮੈਡੀਕਲ ਜਿਹੜਾ ਹੈਗਾ ਇਹਦਾ ਜੂਨ ਦੇ ਵਿੱਚ ਵੈਬ ਫਾਰਮ ਦੇ ਥਰੂ ਜਿਹੜਾ ਹੈਗਾ ਉਹ ਅਪਡੇਟ ਕਰ ਦਿੱਤਾ ਸੀਗਾ ਜੀ। ਠੀਕ ਹੈ ਜੀ, ਸੋ ਮੈਡੀਕਲ ਜਿਹੜਾ ਪਾਸ ਹੋਇਆ ਉਹ ਆਪਣਾ ਜਿਹੜਾ ਜਨਵਰੀ 2022 ਦੇ ਵਿੱਚ ਆਪਾਂ ਗੱਲ ਕਰ ਲਈਏ 12 ਜਨਵਰੀ 2022 ਨੂੰ ਜਿਹੜਾ ਹੈਗਾ ਇਹਨਾਂ ਦਾ ਮੈਡੀਕਲ ਜਿਹੜਾ ਹੈਗਾ ਉਹ ਪਾਸ ਹੋ ਚੁੱਕਿਆ ਸੀ। ਫਾਈਲ ਇਹਨਾਂ ਦੀ ਜਿਹੜੀ ਹੈਗੀ ਆ ਰਿਵਿਊ ਦੇ ਵਿੱਚ ਚੱਲ ਰਹੀ ਸੀਗੀ। ਤਾਂ ਆਪਾਂ ਤੋਂ 17 ਫੈਬਰਰੀ ਨੂੰ ਇਹਨਾਂ ਦੀ ਵਾਈਫ ਦੇ ਐਡੀਸ਼ਨਲ ਡਾਕੂਮੈਂਟ ਦੀ ਡਿਮਾਂਡ ਆਈ ਸੀ, ਜਿਹਦੇ ਵਿੱਚ ਉਹਨਾਂ ਦਾ ਕਰੰਟ ਸਟੇਟਸ, ਉਹਨਾਂ ਦਾ ਜੌਬ ਲੈਟਰ, ਉਹਨਾਂ ਦੀਆਂ ਪੇ ਸਟਬਸ ਐਂਡ ਉਹਨਾਂ ਦੀ ਬੈਂਕ ਸਟੇਟਮੈਂਟ ਜਿਹੜੀ ਹੈਗੀ ਇਹ ਚੀਜ਼ ਮੰਗੀ ਗਈ ਸੀ। ਜੌਬ ਇਹਨਾਂ ਦੇ ਵਾਈਫ ਜਿਹੜੇ ਹੈਗੇ ਆਪਣੇ ਪ੍ਰੋਪਰ ਆਪਾਂ ਗੱਲ ਕਰ ਲੈਂਦੇ ਹਾਂ ਕਿ ਲਾਈਕ ਇਹਨਾਂ ਨੇ ਕੋਈ ਲਾਇਰ ਤੋਂ ਨਹੀਂ ਸ਼ੋ ਕਰਾਈ, ਪ੍ਰੋਪਰ ਇਹਨਾਂ ਨੂੰ ਜੌਬ ਇਹਨਾਂ ਨੇ ਆਪਣੀ ਐਕਸਪੀਰੀਅੰਸ ਦੇ ਥਰੂ ਲਈ ਹੋਈ ਸੀਗੀ। ਤਾਂ ਉੱਥੇ ਕੋਈ ਇਹਨਾਂ ਨੂੰ ਦਿੱਕਤ ਨਹੀਂ ਹੈਗੀ ਆਪਾਂ ਨੂੰ ਜਿਹੜੀ ਆਈ ਹੋਈ। ਨਾਲ ਦੀ ਨਾਲ ਆਪਾਂ ਇਸ ਵੀਰ ਦੇ ਵੀ ਪ੍ਰੋਪਰ ਜਿਹੜੇ ਹੈਗੇ ਆ, ਕਿਉਂਕਿ ਮਾਰਚ 'ਚ ਫਾਈਲ ਲੱਗੀ ਸੀ। ਉਸ ਤੋਂ ਬਾਅਦ ਇਹਨਾਂ ਦੇ ਕਣਕ ਵਾਲੇ ਜੇ ਫਾਰਮ ਵੀ ਆਏ, ਤਾਂ ਨੈਕਸਟ ਜਿਹੜੇ ਹੈਗੇ ਇਹਨਾਂ ਦੇ ਨਵੰਬਰ ਦੇ ਵਿੱਚ ਇਹਨਾਂ ਦੇ ਝੋਨੇ ਵਾਲੇ ਰਾਈਸ ਵਾਲੇ ਆਪਾਂ ਜੇ ਫਾਰਮ ਜਿਹੜੇ ਹੈਗੇ ਆਏ ਆ, ਉਹ ਸਾਰੇ ਜਿਹੜੇ ਹੈਗੇ ਆ ਇਹਨਾਂ ਦੇ ਪ੍ਰੋਪਰ ਸਟੇਟਮੈਂਟ ਵਗੈਰਾ ਇਹਨਾਂ ਦੀ ਵੀ ਰੈਡੀ ਸੀ, ਵੀ ਅਗਰ ਐਮਬੈਸੀ ਵੱਲੋਂ ਡਿਮਾਂਡ ਕੀਤੀ ਜਾਂਦੀ ਹੈ ਤਾਂ ਆਪਾਂ ਉਹਨਾਂ ਚੀਜ਼ਾਂ ਨੂੰ ਕਲੀਅਰ ਆਊਟ ਕਰਕੇ ਦੇ ਦਈਏ। ਤਾਂ ਇਸ ਵੀਰ ਦੀ ਆਪਾਂ ਨੂੰ ਜਿਹੜੀ ਹੈਗੀ ਆ 12 ਅਪ੍ਰੈਲ 2022 ਕਹਿੰਦਾ ਭਾਵ ਅੱਜ ਦੀ ਡੇਟ ਦੇ ਵਿੱਚ ਇਹਨਾਂ ਦੀ ਆਪਾਂ ਨੂੰ ਸਪਾਊਜ਼ਲ ਓਪਨ ਵਰਕ ਪਰਮਿਟ ਦੀ ਪਾਸਪੋਰਟ ਰਿਕੁਐਸਟ ਜਿਹੜੀ ਹੈਗੀ ਆ ਰਿਸੀਵ ਹੋਈ ਆ। ਜਿਵੇਂ ਆਪਾਂ ਪਹਿਲਾਂ ਗੱਲ ਕਰ ਲੈਣਾ ਨਾ, ਅਗਰ ਆਪਣੇ ਇਰਾਦੇ ਦ੍ਰਿੜ ਹੋਣ ਤਾਂ ਸਾਰੀ ਕਾਇਨਾਤ ਜਿਹੜੀ ਹੁੰਦੀ ਆ ਆਪਣੇ ਸੁਪਨੇ ਪੂਰੇ ਕਰਨ ਦੇ ਵਿੱਚ ਲਗਾ ਦਿੰਦੀ ਆ। ਇਸ ਵੀਰ ਨੇ ਠੀਕ ਆ ਮਨ ਨਹੀਂ ਆਪਣਾ ਹੌਲਾ ਕੀਤਾ, 1-2 ਵਾਰ ਹੋ ਜਾਂਦਾ ਕਿ ਯਾਰ ਠੀਕ ਆ ਕਿ ਮੇਰੀ ਰਿਫਿਊਜ਼ਲ ਆ ਚੁੱਕੀ ਆ, ਠੀਕ ਹੈ ਕੋਈ ਗੱਲ ਨਹੀਂ। ਪਰ ਜਦੋਂ ਆਪਾਂ ਉਹ ਫਾਈਲ ਨੂੰ ਸਟੱਡੀ ਕੀਤਾ ਤਾਂ ਉਹ ਸਾਰਾ ਕੁਝ ਦੇਖਿਆ, ਤਾਂ ਜਿਹੜੀਆਂ ਕਮੀਆਂ ਦੇਖਣ ਨੂੰ ਫਾਈਲ ਦੇ ਵਿੱਚ ਮਿਲੀਆਂ, ਤਾਂ ਉਹ ਕਮੀਆਂ ਦੇਖ ਕੇ ਉਹਦਾ ਖੁਦ ਦਾ ਮਨ ਕਹਿ ਗਿਆ ਕਿ ਠੀਕ ਆ ਭਾਜੀ ਯਾਰ ਕਿ ਮੇਰੀ ਫਾਈਲ ਦੇ ਵਿੱਚ ਹੀ ਇੰਨੀਆਂ ਕਮੀਆਂ ਸੀਗੀਆਂ, ਤਾਂ ਮੈਨੂੰ ਵੀਜ਼ਾ ਆਫਿਸਰ ਵੀਜ਼ਾ ਦੇ ਵੀ ਕਿਵੇਂ ਦਿੰਦਾ। ਠੀਕ ਹੈ, ਸੋ ਪ੍ਰੋਪਰ ਵਰਕਆਊਟ ਕਰਕੇ ਇਹਨਾਂ ਦੀ ਫਾਈਲ ਆਪਾਂ ਲਗਾਈ ਗਈ, ਤਾਂ ਇਹਨਾਂ ਦੀ ਆਪਾਂ ਨੂੰ ਪਾਸਪੋਰਟ ਰਿਕੁਐਸਟ ਜਿਹੜੀ ਹੈਗੀ ਆ ਰਿਸੀਵ ਹੋਈ ਆ। ਹੁਣ ਗੱਲ ਕਰ ਲਈ ਆਪਾਂ ਅਗਲੇ ਜਿਹੜੀਆਂ 5 ਕੇਸਿਸ ਆ ਉਹਨਾਂ ਦੀ ਟਾਈਮਲਾਈਨ ਦੀ ਗੱਲ ਕਰਦੇ ਹਾਂ ਜੀ। ਠੀਕ ਹੈ ਜੀ, ਤਾਂ 7 ਜੂਨ ਨੂੰ ਆਪਾਂ ਫਾਈਲ ਲਗਾਈ ਸੀ ਜੀ ਓਪਨ ਵਰਕ ਪਰਮਿਟ ਦੀ। ਵਾਈਫ ਉਹਨਾਂ ਦੇ ਵਰਕ ਪਰਮਿਟ ਤੇ ਸੀ ਆਲਰੇਡੀ, ਉਹ ਸੇਮ ਉਹਨਾਂ ਕੋਲ ਨੌਕ ਲੈਵਲ B ਦੀ ਆਪਣੀ ਜੌਬ, ਕਹਿੰਦਾ ਭਾਵ ਕਿ ਜੋ C41 ਕੈਟਾਗਰੀ ਆ ਉਹਦੇ ਅਕੋਰਡਿੰਗਲੀ ਉਹਨਾਂ ਦੀ ਐਲੀਜੀਬਿਲਿਟੀ ਜਿਹੜੀ ਹੈਗੀ ਆ ਸਪਾਊਸ ਦੀ ਉਹ ਬਣ ਰਹੀ ਸੀਗੀ। ਮੈਡੀਕਲ ਇਹਨਾਂ ਦਾ ਅਪਫਰੰਟ ਲਗਾਇਆ ਗਿਆ ਜੀ, ਕੋਈ ਉਹਨਾਂ ਤੋਂ ਡਾਕੂਮੈਂਟ ਰਿਕੁਐਸਟ ਨਹੀਂ ਆਈ, ਤੇ ਇਹਨਾਂ ਦੀ ਆਪਾਂ ਨੂੰ ਸਿੱਧੀ ਜਿਹੜੀ ਹੈਗੀ ਆ ਪਾਸਪੋਰਟ ਰਿਕੁਐਸਟ ਜਿਹੜੀ ਹੈਗੀ ਆ ਰਿਸੀਵ ਹੋਈ ਆ। ਮੈਡੀਕਲ ਜਿਹੜਾ ਹੈਗਾ ਇਹਨਾਂ ਦਾ ਉਹ ਦਸੰਬਰ ਦੇ ਵਿੱਚ ਪਾਸ ਹੋ ਚੁੱਕਿਆ ਸੀਗਾ। ਠੀਕ ਹੈ ਜੀ, ਸੋ ਨੈਕਸਟ ਕੇਸ ਦੀ ਆਪਾਂ ਗੱਲ ਕਰ ਲਈਏ 13 ਜੁਲਾਈ 2021 ਨੂੰ ਜਿਹੜੀ ਹੈਗੀ ਆ ਫਾਈਲ ਸਬਮਿਟ ਹੋਈ ਸੀ। ਮੈਡੀਕਲ ਜਿਹੜਾ ਹੈਗਾ ਅਪਫਰੰਟ ਲਗਾਇਆ ਗਿਆ। ਇਸ ਵੀਰ ਦਾ ਮੈਡੀਕਲ ਵੀ ਦਸੰਬਰ ਦੇ ਵਿੱਚ ਪਾਸ ਹੋ ਚੁੱਕਿਆ ਸੀ। ਕੋਈ ਵੀ ਇਹਨਾਂ ਨੂੰ ਡਾਕੂਮੈਂਟ ਰਿਕੁਐਸਟ ਨਹੀਂ ਆਈ ਹੈਗੀ। ਵਾਈਫ ਇਹਨਾਂ ਦੇ ਸਟੱਡੀ ਦੇ ਉੱਪਰ ਹੈਗੇ ਨੇ, ਤੇ ਇਹਨਾਂ ਨੂੰ ਜਿਹੜੀ ਹੈਗੀ ਆ ਪਾਸਪੋਰਟ ਰਿਕੁਐਸਟ ਜਿਹੜੀ ਹੈਗੀ ਆਪਾਂ ਨੂੰ ਉਹਨਾਂ ਦੀ ਰਿਸੀਵ ਹੋਈ ਆ 12 ਅਪ੍ਰੈਲ 2022 ਕਹਿੰਦਾ ਪਾਓ ਅੱਜ ਦੀ ਡੇਟ। ਜੋ ਪੀਪੀਆਰ ਸ਼ੇਅਰ ਕਰ ਰਹੇ ਹੋ ਅੱਜ ਦੀ ਡੇਟ ਵਾਲੀਆਂ ਤੁਹਾਡੇ ਨਾਲ ਜਿਹੜੀ ਪੀਪੀਆਰ ਹੈਗੀਆਂ ਮੈਂ ਉਹ ਸ਼ੇਅਰ ਕਰ ਰਿਹਾ ਹੈਗਾ।
ਨੈਕਸਟ ਕੇਸ ਦੀ ਆਪਾਂ ਗੱਲ ਕਰ ਲਈਏ ਜੀ 3 ਅਗਸਤ 2021 ਨੂੰ ਐਪਲੀਕੇਸ਼ਨ ਜਿਹੜੀ ਹੈਗੀ ਆ ਲੌਂਚ ਹੋਈ ਸੀਗੀ। ਇਹਨਾਂ ਦਾ ਵੀ ਮੈਡੀਕਲ ਅਪਫਰੰਟ ਹੈ, ਕੋਈ ਡਾਕੂਮੈਂਟ ਰਿਕੁਐਸਟ ਨਹੀਂ ਆਈ। ਮੈਡੀਕਲ ਜਿਹੜਾ ਪਾਸ ਹੋਇਆ ਜੀ ਉਹ ਜਨਵਰੀ 2022 ਦੇ ਵਿੱਚ ਪਾਸ ਜਿਹੜਾ ਹੈਗਾ ਉਹ 7 ਜਨਵਰੀ 2022 ਨੂੰ ਜਿਹੜਾ ਹੈਗਾ ਮੈਡੀਕਲ ਇਹਨਾਂ ਦਾ ਪਾਸ ਹੋਇਆ ਤੇ ਇਹਨਾਂ ਦੀ ਕੋਈ ਡਾਕੂਮੈਂਟ ਰਿਕੁਐਸਟ ਨਹੀਂ ਆਈ ਤੇ ਇਹਨਾਂ ਨੂੰ ਪਾਸਪੋਰਟ ਰਿਕੁਐਸਟ ਜਿਹੜੀ ਹੈਗੀ ਇਹਨਾਂ ਦੀ ਅੱਜ ਦੀ ਡੇਟ ਦੇ ਵਿੱਚ ਆਪਾਂ ਨੂੰ ਰਿਸੀਵ ਹੋਈ ਆ। ਨੈਕਸਟ ਕੇਸ ਹੈਗਾ ਜੀ 19 ਅਗਸਤ 2021 ਨੂੰ ਜਿਹੜੀ ਹੈਗੀ ਇਹਨਾਂ ਦੀ ਫਾਈਲ ਸਬਮਿਟ ਹੋਈ ਆ, ਜਿਹਦੇ ਵਿੱਚ ਇਹਨਾਂ ਦਾ ਮੈਡੀਕਲ ਇਹਨਾਂ ਦਾ ਵੀ ਅਪਫਰੰਟ ਸੀਗਾ, ਕੋਈ ਡਾਕੂਮੈਂਟ ਰਿਕੁਐਸਟ ਨਹੀਂ ਇਹਨਾਂ ਨੂੰ ਆਈ ਤਾਂ ਮੈਡੀਕਲ ਜਿਹੜਾ ਹੈਗਾ ਇਹਨਾਂ ਦਾ ਪਾਸ ਹੋ ਚੁੱਕਿਆ ਸੀਗਾ, ਉਹ ਵੀ ਜਨਵਰੀ ਦੇ ਵਿੱਚ ਇਹਨਾਂ ਦਾ ਮੈਡੀਕਲ ਪਾਸ ਹੋਇਆ ਐਂਡ ਇਹਨਾਂ ਦੀ ਜਿਹੜੀ ਹੈਗੀ ਆ ਪਾਸਪੋਰਟ ਰਿਕੁਐਸਟ ਆਪਾਂ ਨੂੰ ਰਿਸੀਵ ਹੋਈ ਹੈ ਜਿਹੜੀ 12 ਅਪ੍ਰੈਲ 2022 ਨੂੰ ਜਿਹੜੀ ਹੈਗੀ ਆਪਾਂ ਨੂੰ ਇਹਨਾਂ ਦੀ ਪਾਸਪੋਰਟ ਰਿਕੁਐਸਟ ਰਿਸੀਵ ਹੋਈ ਆ। ਐਂਡ ਵਨ ਲਾਸਟ ਕੇਸ ਓਪਨ ਵਰਕ ਪਰਮਿਟ ਕੈਟਾਗਰੀ ਦੇ ਵਿੱਚ ਜਿਨ੍ਹਾਂ ਦੀ ਐਪਲੀਕੇਸ਼ਨ 12 ਅਗਸਤ 2021 ਨੂੰ ਆਪਾਂ ਨੇ ਦੀ ਐਪਲੀਕੇਸ਼ਨ ਲੌਂਚ ਕੀਤੀ ਸੀ ਔਰ ਇਸ ਵੀਰ ਦੀ ਇੱਕ ਵਾਰ ਸਪਾਊਸਲ ਓਪਨ ਵਰਕ ਪਰਮਿਟ ਦੀ ਪਹਿਲਾਂ ਰਿਫਿਊਜ਼ਲ ਸੀਗੀ। ਠੀਕ ਹੈ ਜੀ, ਹੁਣ ਇਹ ਕੇਸ ਵੀ ਬੜਾ ਇੰਟਰਸਟਿੰਗ ਹੈ ਜੀ ਕਿਉਂਕਿ ਇਸ ਵੀਰ ਦੀ ਇੱਕ ਵਾਰ ਰਿਫਿਊਜ਼ਲ ਸੀਗੀ ਤਾਂ ਉਸ ਤੋਂ ਬਾਅਦ ਇਹਨਾਂ ਨੇ ਕੀ ਜਦੋਂ ਹੁਣ ਇਹਨਾਂ ਦੀ ਆਪਾਂ ਅਗਸਤ ਦੇ ਵਿੱਚ ਫਾਈਲ ਲਗਾਈ ਤਾਂ ਇਹਨਾਂ ਦੇ ਵਾਈਫ ਦੀ ਸਟੱਡੀ ਜਿਹੜੀ ਹੈਗੀ ਆ ਉਹ ਹੁਣ ਫਾਈਲ ਇਹਨਾਂ ਟਾਈਮ ਤੱਕ ਚੱਲਦੀ ਰਹੀ ਤਾਂ ਵਾਈਫ ਦੀ ਸਟੱਡੀ ਜਿਹੜੀ ਹੈਗੀ ਆ ਉਹਨਾਂ ਦੀ ਘਟ ਗਈ ਕਿਉਂਕਿ ਉਹਨਾਂ ਦੇ ਕਾਲਜ ਨੇ ਉਹਨਾਂ ਦਾ ਦਸੰਬਰ ਦੇ ਵਿੱਚ ਹੀ ਉਹਨਾਂ ਦੀ ਸਟੱਡੀ ਜਿਹੜੀ ਹੈਗੀ ਆ ਕੰਪਲੀਟ ਕਰਵਾ ਦਿੱਤੀ। ਤਾਂ ਉੱਥੇ ਗੱਲ ਕਰ ਲਈ ਆਪਾਂ ਅਗਸਤ, ਸਤੰਬਰ, ਅਕਤੂਬਰ, ਨਵੰਬਰ ਐਂਡ ਦਸੰਬਰ, ਸਿਰਫ 5 ਮੰਥ ਰਹਿੰਦੇ ਸੀ ਜਦੋਂ ਇਹਨਾਂ ਦੀ ਐਪਲੀਕੇਸ਼ਨ ਜਿਹੜੀ ਹੈਗੀ ਆ ਲੌਂਚ ਕੀਤੀ ਗਈ। ਤਾਂ ਉਹ ਬੜਾ ਕ੍ਰੂਸ਼ੀਅਲ ਜਿਹਾ ਟਾਈਮ ਹੁੰਦਾ ਉੱਥੇ ਜਾ ਕੇ ਕਿ ਯਾਰ ਪਤਾ ਨਹੀਂ ਹੁਣ ਫੈਸਲਾ ਕਿਹੜੇ ਪਾਸੇ ਆ ਸਕਦਾ ਜਾਂ ਕਿੱਧਰ ਨੂੰ ਨਿਕਲ ਸਕਦਾ ਹੈ ਨਾ। ਇਸ ਵੀਰ ਦਾ ਵੀ ਮੈਡੀਕਲ ਆਪਾਂ ਜਿਹੜਾ ਹੈਗਾ ਅਪਫਰੰਟ ਲਗਾਇਆ ਸੀਗਾ। ਜਦੋਂ ਇਸ ਵੀਰ ਦੇ ਵਾਈਫ ਦੀ ਦਸੰਬਰ ਦੇ ਵਿੱਚ ਸਟੱਡੀ ਖਤਮ ਹੋਈ ਤਾਂ ਜਨ ਦੇ ਵਿੱਚ ਇਹਨਾਂ ਦਾ ਬਾਰਡਰ ਤੋਂ ਜਾ ਕੇ ਇਹਨਾਂ ਨੂੰ ਇੰਸਟਰਕਟ ਕੀਤਾ ਗਿਆ ਸੀ ਕਿ ਬਾਰਡਰ ਤੋਂ ਜਾ ਕੇ ਆਪਣਾ ਵਰਕ ਪਰਮਿਟ ਲੈ ਕੇ ਆਇਓ ਕਿਉਂਕਿ ਅਗਰ ਇਹ ਆਨਲਾਈਨ ਅਪਲਾਈ ਕਰਦੇ ਤਾਂ ਹੋ ਸਕਦਾ ਅੱਜ ਤੱਕ ਇਹਨਾਂ ਦਾ ਵਰਕ ਪਰਮਿਟ ਆਇਆ ਹੀ ਨਾ ਹੁੰਦਾ 3-4 ਮਹੀਨਿਆਂ ਦੇ ਵਿੱਚ। ਠੀਕ ਹੈ ਜੀ, ਸੋ ਇਹਨਾਂ ਨੇ ਆਪਣਾ ਬਾਰਡਰ ਦੇ ਉੱਪਰੋਂ ਵਰਕ ਪਰਮਿਟ ਲੈ ਕੇ ਆਂਦਾ। ਨੌਕ ਲੈਵਲ ਬੀ ਦੀ ਜੌਬ ਇਹਨਾਂ ਨੇ ਆਪਣੀ ਅਰੇਂਜ ਕੀਤੀ ਤਾਂ ਪੇ ਸਟਾਪ ਜਿਹੜੀਆਂ ਸੀਗੀਆਂ ਪੇ ਸਟਾਪਸ ਆਪਾਂ ਬਾਅਦ ਦੇ ਵਿੱਚ ਅਪਡੇਟ ਕੀਤੀਆਂ। ਜਨਵਰੀ ਦੇ ਵਿੱਚ ਹੀ ਵਰਕ ਪਰਮਿਟ ਲਿਆਂਦਾ ਨੌਕ ਲੈਵਲ ਬੀ ਦੀ ਜੌਬ। ਸੋ ਵਰਕ ਪਰਮਿਟ ਐਂਡ ਨੌਕ ਲੈਵਲ ਬੀ ਦੀ ਜੌਬ ਜਿਹੜੀ ਹੈਗੀ ਆਪਾਂ ਇਹਨਾਂ ਦੀ ਅਪਡੇਟ ਕਰ ਦਿੱਤੀ ਸੀਗੀ। ਉਸ ਤੋਂ ਬਾਅਦ ਫੈਬਰਰੀ ਤੱਕ ਜਿਹੜੀ ਹੈਗੀ ਇਹਨਾਂ ਦੀਆਂ ਪੇ ਸਟਾਪਸ ਜਿਹੜੀਆਂ ਹੈਗੀਆਂ ਕੰਪਲੀਟ ਹੋ ਚੁੱਕੀਆਂ ਸੀਗੀ ਤਾਂ ਆਪਾਂ ਇਹਨਾਂ ਦੀਆਂ ਪੇ ਸਟਾਪਸ ਵੀ ਜਿਹੜੀਆਂ ਹੈਗੀਆਂ ਅਪਡੇਟ ਕਰ ਦਿੱਤੀਆਂ ਸੀ। ਬਟ ਕੀ ਆ ਕਿ ਇਹਨਾਂ ਨੂੰ ਦੁਬਾਰਾ ਫੇਰ ਡਾਕੂਮੈਂਟ ਰਿਕੁਐਸਟ ਆਈ ਸੀਗੀ ਆਪਾਂ ਨੂੰ। ਇਹਨਾਂ ਦੀ ਡਾਕੂਮੈਂਟ ਰਿਕੁਐਸਟ ਦਾ ਟਾਈਮ ਹੈਗਾ ਜੀ 13 ਮਾਰਚ ਦਾ ਡਾਕੂਮੈਂਟ ਰਿਕੁਐਸਟ ਦਾ ਇਹਨਾਂ ਦਾ ਟਾਈਮ ਹੈਗਾ, ਜਿਹਦੇ ਵਿੱਚ ਇਹਨਾਂ ਦੇ ਵਾਈਫ ਦਾ ਜੌਬ ਲੈਟਰ, ਨਵਾਂ ਜੌਬ ਲੈਟਰ ਦੀ ਆਪਾਂ ਗੱਲ ਕਰ ਲਈ, ਉਹਨਾਂ ਦੀਆਂ ਪੇ ਸਟਾਪਸ, ਉਹਨਾਂ ਦੀ ਬੈਂਕ ਸਟੇਟਮੈਂਟ ਐਂਡ ਮੋਰ ਓਵਰ ਕਿ ਇਸ ਵੀਕ ਦੀ ਇੰਡੀਅਨ ਅਕਾਊਂਟ ਦੀ ਬੈਂਕ ਸਟੇਟਮੈਂਟ ਵੀ ਮੰਗੀ ਗਈ ਸੀਗੀ। ਠੀਕ ਹੈ ਜੀ, ਤਾਂ ਉਹ ਸਾਰੇ ਡਾਕੂਮੈਂਟ ਜਿਹੜੇ ਹੈਗੇ ਆਪਾਂ ਵਿਦਿਨ 2 or 3 ਡੇਜ਼ ਜਿਹੜੇ ਹੈਗੇ ਆਪਾਂ ਐਮਬੈਸੀ ਨੂੰ ਪ੍ਰੋਵਾਈਡ ਕਰਵਾ ਦਿੱਤੇ ਸੀ ਐਂਡ ਇਹਨਾਂ ਦੀ ਆਪਾਂ ਨੂੰ 12 ਅਪ੍ਰੈਲ 2022 ਨੂੰ ਜਿਹੜੀ ਹੈਗੀ ਆ ਪਾਸਪੋਰਟ ਸਬਮਿਸ਼ਨ ਰਿਕੁਐਸਟ ਜਿਹੜੀ ਹੈਗੀ ਆ ਉਹ ਰਿਸੀਵ ਹੋਈ ਆ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਜੀ ਵਿਜ਼ਟਰ ਵੀਜ਼ਾ ਕੈਟਾਗਰੀ ਕੇਸ ਦੇ ਵਿੱਚ। ਵਿਜ਼ਟਰ ਵੀਜ਼ਾ ਆਪਾਂ ਹਮੇਸ਼ਾ ਇੱਕ ਗੱਲ ਦੀ ਗੱਲ ਕਰਦੇ ਹੁੰਦੇ ਹਾਂ ਕਿ ਬਹੁਤ ਸਾਰੇ ਵੀਰੇ ਪੁੱਛ ਵੀ ਲੈਂਦੇ ਨੇ ਕਿ ਭਾਜੀ ਵਿਜ਼ਟਰ ਵੀਜ਼ਾਸ ਦੇ ਚਾਂਸਸ ਕਿੰਨੇ ਕੁ ਹੁੰਦੇ ਨੇ। ਅਗਰ ਮੇਰੀ ਫਾਈਲ ਓਪਨ ਵਰਕ ਪਰਮਿਟ ਦੀ ਰਿਫਿਊਜ਼ ਆ ਕੀ ਮੈਂ ਵਿਜ਼ਟਰ ਲਗਾ ਸਕਦਾ? ਅਗਰ ਮੇਰੀ ਫਾਈਲ ਅੰਡਰ ਪ੍ਰੋਸੈਸਿੰਗ ਆ ਕੀ ਮੈਂ ਵਿਜ਼ਟਰ ਲਗਾ ਸਕਦਾ? ਤਾਂ ਉੱਥੇ ਆਪਾਂ ਕਹਿੰਦੇ ਹੁੰਦੇ ਹਾਂ ਕਿ ਹਾਂਜੀ ਵਿਜ਼ਟਰ ਵੀਜ਼ਾ ਤੁਸੀਂ ਲਗਾ ਸਕਦੇ ਹੋ, ਚਾਹੇ ਰਿਫਿਊਜ਼ਲ ਆ ਤੁਹਾਡੀ ਜਾਂ ਚਾਹੇ ਤੁਹਾਡੀ ਫਾਈਲ ਓਪਨ ਵਰਕ ਪਰਮਿਟ ਦੀ ਅੰਡਰ ਪ੍ਰੋਸੈਸਿੰਗ ਆ, ਤੁਸੀਂ ਫਿਰ ਵੀ ਲਗਾ ਸਕਦੇ ਹੋ। ਬਟ ਵਨ ਇੰਪੋਰਟੈਂਟ ਥਿੰਗ ਇਹਦੇ ਵਿੱਚ ਜੋ ਮੈਟਰ ਕਰਦੀ ਹੈ ਕਿ ਤੁਹਾਡੇ ਕੋਲ ਜਿਹੜਾ ਹੈਗਾ ਕਿ ਪਰਪਸ ਆਫ ਵਿਜ਼ਿਟ ਤੁਹਾਡਾ ਕੀ ਹੈ। ਸੋ 90% ਜਿਹੜਾ ਹੈਗਾ ਆਪਾਂ ਇਸ ਚੀਜ਼ ਦੇ ਉੱਪਰ ਫੋਕਸ ਰੱਖ ਕੇ ਚੱਲਦੇ ਹਾਂ ਕਿ ਜੋ ਪਰਪਸ ਆਫ ਵਿਜ਼ਿਟ ਆ 90% ਜਿਹੜਾ ਹੈਗਾ ਵੀਜ਼ਾ ਆਫਿਸਰ ਦਾ ਡਿਸੀਜਨ ਉਸ ਪਰਪਸ ਆਫ ਵਿਜ਼ਿਟ ਦੇ ਉੱਪਰ ਡਿਪੈਂਡ ਜਿਹੜਾ ਹੈਗਾ ਕਰਦਾ ਹੈਗਾ। ਕਿਉਂਕਿ ਉਸ ਤੋਂ ਬਾਅਦ ਕਿਉਂਕਿ ਕੋਈ ਵੀ ਆਪਾਂ ਰਿਫਿਊਜ਼ਲਸ ਦੇਖਦੇ ਹਾਂ ਨਾ ਵਿਜ਼ਟਰ ਵੀਜ਼ਾ ਦੀਆਂ ਤਾਂ ਉਹਦੇ ਵਿੱਚ ਪਰਪਸ ਆਫ ਵਿਜ਼ਿਟ ਨੂੰ ਮਾਇਨਾ ਰੱਖ ਕੇ ਉਹਨਾਂ ਨੇ ਬਹੁਤ ਸਾਰੇ ਵੀਜ਼ਾ ਆਫਿਸਰਸ ਨੇ ਸਿਰਫ ਪਰਪਸ ਆਫ ਵਿਜ਼ਿਟ ਨੂੰ ਧਿਆਨ ਦੇ ਵਿੱਚ ਰੱਖ ਕੇ ਦਿੱਤਾ ਹੁੰਦਾ ਕਿ ਆਮ ਨਾਟ ਸੈਟਿਸਫਾਈਡ ਦੈਟ ਯੂਅਰ ਪਰਪਸ ਆਫ ਵਿਜ਼ਿਟ ਇਜ਼ ਜੈਨੂਅਨ, ਕਿ ਤੁਹਾਡਾ ਪਰਪਸ ਆਫ ਵਿਜ਼ਿਟ ਜਿਹੜਾ ਹੈਗਾ ਜਾਣਦਾ ਹੈਗਾ, ਇਸ ਕਰਕੇ ਮੈਂ ਤੁਹਾਡੀ ਫਾਈਲ ਜਿਹੜੀ ਹੈਗੀ ਰਿਫਿਊਜ਼ ਕਰ ਰਿਹਾ। ਸੋ ਇਸੇ ਲਈ ਆਪਾਂ ਵਿਜ਼ਟਰ ਵੀਜ਼ਾ ਕੇਸਿਸ ਨੂੰ ਹਮੇਸ਼ਾ 50-50 ਰੱਖ ਕੇ ਚੱਲਦੇ ਹੁੰਦੇ ਹਾਂ ਕਿ ਵੀਜ਼ਾ ਆਫਿਸਰ ਦੇਖੋ ਕਿ ਉਸ ਚੀਜ਼ ਨੂੰ ਕਿਸ ਤਰੀਕੇ ਦੇ ਨਾਲ ਸੋਚ ਕੇ ਚੱਲਦਾ। ਹੁਣ ਇਸ ਕੇਸ ਦੀ ਗੱਲ ਕਰ ਲਈਏ, ਇਸ ਵੀਰ ਦਾ ਜਿਹੜਾ ਹੈਗਾ ਦਸੰਬਰ 2021 ਦੇ ਵਿੱਚ ਇਸ ਵੀਰ ਦੀ ਓਪਨ ਵਰਕ ਪਰਮਿਟ ਦੀ ਜਿਹੜੀ ਹੈਗੀ ਆ ਰਿਫਿਊਜ਼ਲ ਆ ਗਈ ਸੀਗੀ। ਠੀਕ ਹੈ ਜੀ, ਤੇ ਇਹਨਾਂ ਨੇ ਆਪਣੇ ਕੈਪਸ ਨੋਟ ਅਪਲਾਈ ਕੀਤੇ ਤਾਂ ਆਪਾਂ ਇਹਨਾਂ ਦਾ ਫੈਬਰਰੀ ਦੇ ਵਿੱਚ ਆਪਾਂ ਇਹਨਾਂ ਦਾ ਵਿਜ਼ਟਰ ਵੀਜ਼ਾ ਜਿਹੜਾ ਹੈਗਾ ਅਪਲਾਈ ਕੀਤਾ ਸੀ ਕਿਉਂਕਿ ਇਹਨਾਂ ਦੇ ਵਾਈਫ ਜਿਹੜੇ ਹੈਗੇ ਆ ਉਹ ਸੇਮ ਥਿੰਗ ਕਿ ਉਹਨਾਂ ਨੇ ਆਪਣਾ ਮੈਡੀਕਲ ਜਿਹੜਾ ਹੈਗਾ ਬਣਵਾਇਆ, ਇਹਨਾਂ ਦੇ ਵਾਈਫ ਠੀਕ ਨਹੀਂ ਸੀਗੇ, ਮੈਡੀਕਲ ਇਹਨਾਂ ਨੇ ਬਣਵਾਇਆ ਐਂਡ ਮੋਰ ਓਵਰ ਕਿ ਇਹਨਾਂ ਦੀ ਅਪ੍ਰੈਲ ਦੇ ਵਿੱਚ ਇਸੇ ਅਪ੍ਰੈਲ ਨੂੰ ਆਈ ਥਿੰਕ ਇਹਨਾਂ ਦੀ ਜੋ ਐਨੀਵਰਸਰੀ ਡੇਟ ਸੀਗੀ ਉਹ 23-24 ਅਪ੍ਰੈਲ ਸੀਗੀ, ਮੈਨੂੰ ਪ੍ਰੋਪਰ ਯਾਦ ਨਹੀਂ ਹੈਗਾ। ਕਹਿੰਦਾ ਭਾਵ ਇਸੇ ਮੰਥ ਦੇ ਵਿੱਚ ਇਨ ਦੀ ਲਾਸਟ ਆਫ ਦਿਸ ਅਪ੍ਰੈਲ ਕਿ ਇਹਨਾਂ ਦੀ ਐਨੀਵਰਸਰੀ ਮੈਰਿਜ ਐਨੀਵਰਸਰੀ ਆ। ਸੋ ਇਹਨਾਂ ਦੋਨਾਂ ਚੀਜ਼ਾਂ ਨੂੰ ਕੋਟ ਕਰਕੇ ਇਹਨਾਂ ਦੀ ਜਿਹੜੀ ਫਾਈਲ ਜਿਹੜੀ ਹੈਗੀ ਆ ਲਗਾਈ ਗਈ ਸੀ ਫੈਬਰਰੀ ਦੇ ਵਿੱਚ। ਤਾਂ ਇਹਨਾਂ ਦੀ ਜਿਹੜੀ ਹੈਗੀ ਆ ਵਿਜ਼ਟਰ ਵੀਜ਼ਾ ਦੀ ਜਿਹੜੀ ਹੈਗੀ ਆਪਾਂ ਨੂੰ ਪਾਸਪੋਰਟ ਸਬਮਿਸ਼ਨ ਰਿਕੁਐਸਟ ਜਿਹੜੀ ਹੈਗੀ ਆਈ ਆ PPR ਜਿਹੜੀ ਹੈਗੀ ਆ ਉਹ 12 ਅਪ੍ਰੈਲ 2022 ਕਹਿੰਦਾ ਭਾਵ ਅੱਜ ਦੀ ਡੇਟ ਦੇ ਵਿੱਚ ਆਪਾਂ ਨੂੰ ਮਿਲੀ ਆ। ਸੋ ਟਾਈਮਲਾਈਨਸ ਦੀ ਹੁਣ ਆਪਾਂ ਗੱਲ ਕਰ ਲਈਏ ਕਿ ਜਿੱਦਾਂ ਆਪਾਂ ਟਾਈਮਲਾਈਨ ਦੇਖੀਆਂ ਮਾਰਚ ਦੇ ਕੇਸਿਸ ਵੀ ਆ ਰਹੇ ਨੇ, ਜੂਨ ਦੇ ਐਂਡ ਸਭ ਤੋਂ ਜ਼ਿਆਦਾ ਕੇਸਿਸ ਅਗਸਤ ਦੇ ਜਿਹੜੇ ਹੈਗੇ ਆਏ ਨੇ। ਇੱਕ ਹੋਰ ਆਪਾਂ ਟ੍ਰੈਂਡ ਦੇਖ ਲੈਣਾ ਕਿ ਅਗਸਤ ਦੇ ਕੇਸਿਸ ਜਿਹੜੇ ਹੈਗੇ ਆ ਤਾਂ ਉਹ ਨੀਚੋਂ ਬਹੁਤ ਸ਼ੁਰੂ ਹੋਏ ਆ। ਅਗਸਤ ਦੇ ਕੇਸਿਸ ਲਾਈਕ ਲਾਸਟ ਹਜੇ ਅਗਸਤ ਦੇ ਸਟਾਰਟਿੰਗ ਵਾਲੇ ਕੇਸਿਸ ਬਹੁਤ ਪਏ ਆ ਬਟ ਲਾਸਟ ਵਾਲੇ ਹਜੇ ਕੇਸਿਸ ਬਹੁਤ ਜ਼ਿਆਦਾ ਜਿਹੜੇ ਹੈਗੇ ਆ ਅਗਸਤ ਦੇ ਉਹਦੇ ਵੀਜ਼ਾਜ਼ ਆ ਚੁੱਕੇ ਆ।
ਵੀਡੀਓ ਦੇਖਦੇ ਨੇ ਹੋਰ ਬਹੁਤ ਸਾਰੇ ਵੀਰਾਂ ਦੀਆਂ ਵੀਡੀਓਜ਼ ਵੀ ਦੇਖੀਆਂ ਜਾਂਦੀਆਂ ਐਪਲੀਕੈਂਟਸ ਵੱਲੋਂ, ਤਾਂ ਉਹ ਗੱਲ ਕਰਦੇ ਨੇ ਭਾਜੀ ਕਿ ਅਗਸਤ ਵਾਲਿਆਂ ਦੇ ਰਿਜ਼ਲਟ ਆ ਗਏ ਜੀ, ਜੁਲਾਈ ਵਾਲਿਆਂ ਦੇ ਆ ਗਏ, ਅਸੀਂ ਹਜੇ ਮਾਰਚ ਵਾਲੇ ਬੈਠੇ ਹਾਂ, ਅਸੀਂ ਹਜੇ ਫੈਬਰਰੀ ਵਾਲੇ ਬੈਠੇ ਹਾਂ। ਫੈਬਰਰੀ ਐਂਡ ਮਾਰਚ ਦੇ ਵਿੱਚ ਬਹੁਤ ਜ਼ਿਆਦਾ ਕੇਸਿਸ ਜਿਹੜੇ ਹੈਗੇ ਓਪਨ ਵਰਕ ਪਰਮਿਟ ਦੇ ਸਬਮਿਟ ਹੋਏ ਸੀ। ਸੋ ਇਸੇ ਕਰਕੇ ਬਹੁਤ ਸਾਰੀਆਂ ਫਾਈਲਸ ਜਿਹੜੀਆਂ ਹੈਗੀਆਂ ਹਜੇ ਪੈਂਡਿੰਗ ਨੇ, ਬਹੁਤ ਸਾਰਿਆਂ ਦੇ ਡਿਸੀਜਨ ਹਜੇ ਜਿਹੜੇ ਹੈਗੇ ਉਹ ਪੈਂਡਿੰਗ ਪਏ ਨੇ। ਸੋ ਉੱਥੇ ਘਬਰਾਉਣ ਵਾਲੀ ਗੱਲ ਨਹੀਂ ਹੁੰਦੀ ਕਿ ਅਗਰ ਕਿਸੇ ਦਾ ਪਹਿਲਾਂ ਰਿਜ਼ਲਟ ਆ ਗਿਆ ਜਾਂ ਕਿਸੇ ਦਾ ਬਾਅਦ ਦੇ ਵਿੱਚ ਆਇਆ ਤਾਂ ਮੇਰਾ ਆਉਣਾ ਹੀ ਨਹੀਂ ਹੈਗਾ। ਉਹ ਰਿਜ਼ਲਟ ਤੁਹਾਡਾ ਜਿਹੜਾ ਹੈਗਾ ਡੈਫੀਨੇਟਲੀ ਜਿਹੜਾ ਹੈਗਾ ਉਹ ਆ ਜਾਣਾ। ਸੋ ਥੋੜ੍ਹਾ ਜਿਹਾ ਆਪਾਂ ਨੂੰ ਉਸ ਜਗ੍ਹਾ 'ਤੇ ਸਬਰ ਰੱਖਣ ਦੀ ਜਿਹੜੀ ਹੁੰਦੀ ਹੈ ਲੋੜ ਹੁੰਦੀ ਆ। ਸੋ ਇਹਨਾਂ ਚੀਜ਼ਾਂ ਨੂੰ ਆਪਣੇ ਪ੍ਰੋਪਰ ਧਿਆਨ ਦੇ ਵਿੱਚ ਰੱਖਿਆ ਕਰੋ ਕਿ ਅਗਰ ਤੁਹਾਨੂੰ ਕੋਈ ਡਾਕੂਮੈਂਟ ਰਿਕੁਐਸਟ ਆਉਂਦੀ ਆ ਤਾਂ ਯੂ ਸ਼ੁੱਡ ਬੀ ਪ੍ਰਪੇਅਰਡ ਅਬਾਊਟ ਯੂਰ ਡਾਕੂਮੈਂਟੇਸ਼ਨ, ਕਿ ਤੁਹਾਨੂੰ ਉਸ ਚੀਜ਼ ਦੇ ਬਾਰੇ ਪਹਿਲਾਂ ਪਤਾ ਹੋਣਾ ਚਾਹੀਦਾ ਕਿ ਮੈਥੋਂ ਵੀਜ਼ਾ ਆਫਿਸਰ ਇਹ ਚੀਜ਼ ਮੰਗ ਸਕਦਾ ਹੈ। ਆਪਾਂ ਵੀਡੀਓਜ਼ ਦੇਖਦੇ ਹਾਂ, ਬਹੁਤ ਸਾਰੇ ਵੀਡੀਓ ਦੀਆਂ ਆਪਾਂ ਵੀਡੀਓਜ਼ ਦੇਖਦੇ ਹਾਂ, ਹੈ ਨਾ, ਤਾਂ ਉੱਥੋਂ ਉਹਨਾਂ ਚੀਜ਼ਾਂ ਨੂੰ ਕੰਪੇਅਰ ਕਰਕੇ ਦੇਖਿਆ ਕਰੋ ਕਿ ਯਾਰ ਕਿ ਅਗਰ ਇੱਕ ਕੇਸ ਤੋਂ ਇਹ ਡਾਕੂਮੈਂਟ ਮੰਗੇ ਗਏ ਸੀ ਤਾਂ ਕੀ ਮੇਰਾ ਉਸ ਤਰੀਕੇ ਨਾਲ ਕੇਸ ਰਲਦਾ ਹੈਗਾ। ਅਗਰ ਰਲਦਾ ਤਾਂ ਮੇਰੇ ਤੋਂ ਵੀ ਅਗਰ ਇੱਦਾਂ ਦੀ ਡਾਕੂਮੈਂਟ ਰਿਕੁਐਸਟ ਆ ਸਕਦੀ ਆ ਤਾਂ ਮੈਂ ਉਹਨਾਂ ਚੀਜ਼ਾਂ ਨੂੰ ਪਹਿਲਾਂ ਪ੍ਰਪੇਅਰ ਕਰਕੇ ਰੱਖਾਂ। ਕਿਉਂਕਿ ਬਹੁਤ ਸਾਰੇ ਐਪਲੀਕੈਂਟਸ ਦੀਆਂ ਰਿਫਿਊਜ਼ਲ ਸਿਰਫ ਇਸ ਚੀਜ਼ ਕਰਕੇ ਦੇਖਣ ਨੂੰ ਮਿਲੀਆਂ ਕਿ ਉਹਨਾਂ ਦੇ ਕੰਸਲਟੈਂਟਸ ਨੇ ਕਹਿਤਾ ਸੀ ਕੋਈ ਗੱਲ ਨਹੀਂ, ਜਦੋਂ ਡਾਕੂਮੈਂਟ ਰਿਕੁਐਸਟ ਆਊਗੀ ਉਦੋਂ ਵੇਖਾਂਗੇ, ਤਾਂ ਉਦੋਂ ਮੁੜ ਕੇ ਬਸ ਉਹ ਇੱਕ ਦੂਜੇ ਦੇ ਮੂੰਹ ਵੱਲ ਹੀ ਵੇਖਦੇ ਰਹਿ ਜਾਂਦੇ। ਉਦੋਂ ਮੁੜ ਕੇ ਫਿਰ ਡਾਕੂਮੈਂਟ ਤਾਂ ਨਾ ਤਾਂ ਪ੍ਰਪੇਅਰ ਹੁੰਦੇ ਤੇ ਨਾ ਡਾਕੂਮੈਂਟ ਜਿਹੜੇ ਹੁੰਦੇ ਆ ਰੈਡੀ ਹੋ ਪਾਉਂਦੇ ਆ। ਸੋ ਤੁਸੀਂ ਵੀ ਆਪਣੀ ਸਪਾਊਜ਼ਲ ਓਪਨ ਵਰਕ ਪਰਮਿਟ ਦੀ ਫਾਈਲ ਲਗਵਾਉਣਾ ਚਾਹੁੰਦੇ ਹੋ ਜਾਂ ਉਹਦੇ ਰਿਗਾਰਡਿੰਗ ਮਿਲਣਾ ਚਾਹੁੰਦੇ ਹੋ, ਤੁਸੀਂ ਸਾਨੂੰ ਮਿਲ ਸਕਦੇ ਹੋ। ਸਾਡਾ ਹੈੱਡ ਆਫਿਸ ਹੈ ਜੀ ਗਲੋਬਲ ਅਸੈਸ ਵੀਜ਼ਾ ਐਂਡ ਇਮੀਗ੍ਰੇਸ਼ਨ, ਨੇੜੇ ਕੋਟਪੁਰਾ, ਨੇਨ ਗੈਸ ਸਰਵਿਸ, ਜੱਤ ਰੋਡ, ਕੋਟਪੁਰਾ ਡਿਸਟ੍ਰਿਕਟ, ਫਰੀਦਕੋਟ। ਕੰਟੈਕਟ ਨੰਬਰ ਹੈ ਜੀ 7707850037 700785037। ਧੰਨਵਾਦ।